पेश है विज्ञान लड़ीवार आउण वाला कल दी 43वीं कड़ी। लेखक हेमंत लघवांकर, लड़ीवार संयोजक डॉक्टर BK त्यागी। पंजाबी रूपांतर खोज ते लेखन भारत ज्ञान विज्ञान सम्मति पंजाब ते चंडीगढ़। ਪਿਆਰੇ ਸਰੋਤਿਓ, ਬਣਾਉਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਤੇ ਭਵਿੱਖ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ ਦੀ 43ਵੀਂ ਕੜੀ AI ਤੇ ਸਾਈਬਰ ਸੁਰੱਖਿਆ ਮੇਰੇ ਕੰਪਿਊਟਰ ਅੰਦਰ ਅਪਰਾਧੀ ਵਿੱਚ ਨਿੱਘਾ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਮਸਤੇ। ਪਿਛਲੀ ਕੜੀ AI ਜਨਤਕ ਖੇਤਰ ਵਿੱਚ ਵਰਤੋਂ ਲੋਕਾਂ ਵਾਸਤੇ ਲੋਕਾਂ ਦੁਆਰਾ ਵਿੱਚ ਕਹਾਣੀ ਸੀ ਡਿਜੀਟਲ ਪਰਿਵਰਤਨ ਦੇ ਹੁਣ ਸਾਰਵਜਨਕ ਖੇਤਰ ਦੀ ਜ਼ਰੂਰਤ ਬਣ ਜਾਣ ਦੀ, ਪਾਰਦਰਸ਼ੀ, ਜਵਾਬਦੇਹ ਤੇ ਜ਼ਿੰਮੇਵਾਰੀ ਚੁੱਕਣ ਵਾਲਾ ਕੁਸ਼ਲ ਪ੍ਰਸ਼ਾਸਨ ਬਣਾਉਣ ਦੀ ਇਸ ਦੀ ਭੂਮਿਕਾ ਦੀ। ਜੀ, ਕਹਾਣੀ ਸੀ ਕਿ AI ਨਾਲ ਜੁੜੀਆਂ ਤਕਨੀਕਾਂ ਰੈਵਨਿਊ ਤੇ ਵਿੱਤੀ ਏਜੰਸੀਆਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਕੇ ਵਿੱਤੀ ਪ੍ਰਬੰਧ ਨੂੰ ਸੁਚੱਜਾ ਤੇ ਕਿਫਾਇਤੀ ਬਣਾ ਸਕਦੀਆਂ ਨੇ। ਸਰੋਤਾ ਸੱਜਣੋ, ਹੋਈ ਸੀ ਗੱਲ ਕਿ ਭ੍ਰਿਸ਼ਟਾਚਾਰ ਦੀ ਨਿਸ਼ਾਨਦੇਹੀ, ਧੋਖਾਧੜੀ ਤੇ ਠੱਗੀਆਂ ਕਰਨ ਵਾਲਿਆਂ ਦਾ ਖੁਰਾ ਨੱਪਣ ਲਈ AI ਤਕਨਾਲੋਜੀਆਂ ਸਪਸ਼ਟ ਰੂਪ ਵਿੱਚ ਸਹਾਈ ਨੇ। ਸੁਣਾਇਆ ਸੀ ਬ੍ਰਿਤਾਂਤ ਕਿ ਡਿਜੀਟਲ ਪਰਿਵਰਤਨ ਦੀ ਜਦ ਬਾਤ ਪਾਈ ਜਾਂਦੀ ਹੈ ਤਾਂ ਇਹ ਕੇਵਲ ਨਵੀਆਂ ਤਕਨੀਕਾਂ ਦੀ ਹੀ ਨਹੀਂ, ਸਗੋਂ ਇਸ ਦੇ ਲਈ ਸੰਗਠਨਾਤਮਕ ਸੰਰਚਨਾਵਾਂ, ਪ੍ਰਸ਼ਾਸਨ, ਕਾਰਜ ਪ੍ਰਕਿਰਿਆਵਾਂ, ਸੰਸਕ੍ਰਿਤੀ ਤੇ ਸੋਚ ਦੀ ਵੀ ਜ਼ਰੂਰਤ ਹੁੰਦੀ ਹੈ। ਹਾਂ ਮਿੱਤਰੋ, ਸੁਣਾਈ ਸੀ ਕਹਾਣੀ ਕਿ AI ਤਕਨੀਕ ਸਰਵਜਨਕ ਖੇਤਰ ਵਿੱਚ ਹੋਣ ਵਾਲੇ ਕੰਮਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਵਿੱਚ ਹੋ ਸਕਦੀ ਹੈ ਸਹਾਈ, ਤੇ ਇਸ ਨੂੰ ਸਫਲ ਬਣਾਉਣ ਵਿੱਚ ਜਨਤਾ ਦੀ ਭੂਮਿਕਾ ਦੀ ਵੀ ਕੀਤੀ ਸੀ ਗੱਲ। ਜੀ, ਕਿੱਸਾ ਸੀ ਕਿ ਕਿਵੇਂ AI ਰਾਹੀਂ ਅਸੀਂ ਸਾਰਵਜਨਕ ਸੇਵਾਵਾਂ ਵਿੱਚ ਹੁੰਦੀ ਘਪਲੇਬਾਜ਼ੀ ਤੇ ਭ੍ਰਿਸ਼ਟਾਚਾਰ ਨੂੰ ਪਾ ਸਕਦੇ ਹਾਂ ਨੱਥ, ਟੈਕਸ ਦੀ, ਸਬਸਿਡੀ ਦੀ ਤੇ ਹੋਰ ਵਸਤਾਂ ਦੀ ਚੋਰੀ ਸਕਾਂਗੇ ਰੋਕ। ਪਿਆਰੇ ਸਰੋਤਿਓ, ਸੁਣਾਈ ਸੀ ਕਹਾਣੀ ਕਿ ਕਿਵੇਂ AI ਐਪਸ ਕਿਸਾਨਾਂ ਨੂੰ ਫਸਲਾਂ ਲਈ ਤੇ ਮਛੇਰਿਆਂ ਨੂੰ ਮੱਛੀ ਪਕੜਨ ਲਈ ਅਗਾਊਂ ਚੇਤਾਵਨੀਆਂ ਦੇ ਸਕਦੀਆਂ ਨੇ ਤੇ ਉਹਨਾਂ ਦੀ ਮਿਹਨਤ ਬਚਾ ਸਕਦੀਆਂ ਨੇ। ਕਹਾਣੀ ਸੀ ਉਸ ਜੁਗਤ ਦੀ ਜਿਸ ਕਰਕੇ AI ਵਿਦਿਆਰਥੀਆਂ ਨੂੰ ਉਹਨਾਂ ਵੱਲੋਂ ਕੀਤੀ ਤਿਆਰੀ ਤੇ ਪੜ੍ਹੀਆਂ ਜਾ ਚੁੱਕੀਆਂ ਕਿਤਾਬਾਂ ਆਦਿ ਬਾਬਤ ਦੱਸ ਸਕੇਗਾ। ਸਰੋਤਾ ਸੱਜਣੋ, ਸੁਣਾਵਾਂਗੇ ਅੱਜ ਅਸੀਂ ਕਹਾਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ, ਵਿਕਾਸ ਦੀ, ਭਵਿੱਖ ਦੇ ਪ੍ਰਭਾਵਾਂ ਅਤੇ ਖਤਰਿਆਂ ਦੀ ਇਸ ਕੜੀ ਵਿੱਚ AI ਤੇ ਸਾਈਬਰ ਸੁਰੱਖਿਆ ਮੇਰੇ ਕੰਪਿਊਟਰ ਅੰਦਰ ਅਪਰਾਧੀ ਦੇ ਰਾਹੀਂ। ਲਓ ਸੁਣੋ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਅੱਜ ਦੀ ਕੜੀ AI ਤੇ ਸਾਈਬਰ ਸੁਰੱਖਿਆ ਮੇਰੇ ਕੰਪਿਊਟਰ ਅੰਦਰ ਅਪਰਾਧੀ। ਹੈਲੋ, ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ। ਹਾਂ ਬੋਲੋ। ਕੀ ਮੈਂ ਮਿਸਟਰ ਚਤੁਰਵੇਦੀ ਨਾਲ ਗੱਲ ਕਰ ਰਿਹਾ? ਨਹੀਂ, ਚਤੁਰਵੇਦੀ ਨਹੀਂ, ਮੈਂ ਪਾਂਡੇ ਗੱਲ ਕਰ ਰਿਹਾ। ਉਹ ਮਾਫੀ ਚਾਹੁੰਦਾ, ਮੈਂ ਤੁਹਾਡੇ ਨਾਲ ਹੀ ਗੱਲ ਕਰਨਾ ਚਾਹੁੰਦਾ ਜੀ। ਗਲਤੀ ਨਾਲ ਚਤੁਰਵੇਦੀ ਜੀ ਦਾ ਨਾਮ ਬੋਲ ਦਿੱਤਾ। ਕੋਈ ਗੱਲ ਨਹੀਂ, ਠੀਕ ਹੈ। ਪਰ ਤੁਸੀਂ ਕੌਣ ਹੋ? ਸਰ, ਮੈਂ ਸਮਾਰਟ ਪੇ ਐਪ ਤੋਂ ਬੋਲ ਰਿਹਾ। ਮੈਨੂੰ ਆਸ਼ਾ ਹੈ ਕਿ ਤੁਸੀਂ ਨਿਯਮਿਤ ਰੂਪ ਦੇ ਨਾਲ ਸਾਡੀ ਐਪ ਦਾ ਉਪਯੋਗ ਕਰ ਰਹੇ ਹੋ। ਹਾਂ, ਮੈਂ ਅਕਸਰ ਇਸ ਐਪ ਦਾ ਇਸਤੇਮਾਲ ਕਰਦਾ ਰਹਿਣਾ। ਜੀ ਸਰ, ਇਸੇ ਲਈ ਤੁਹਾਨੂੰ ਫੋਨ ਕੀਤਾ ਗਿਆ ਹੈ। ਅੱਛਾ, ਠੀਕ ਹੈ, ਦੱਸੋ। ਸਰ, ਕੀ ਤੁਸੀਂ ਸਾਡੀ ਸੇਵਾ ਤੋਂ ਸੰਤੁਸ਼ਟ ਹੋ? ਸਾਡੇ ਐਪ ਦਾ ਇਸਤੇਮਾਲ ਕਰਨ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਤੁਹਾਨੂੰ? ਨਹੀਂ, ਦਿੱਕਤ ਤਾਂ ਕੋਈ ਨਹੀਂ ਆ ਰਹੀ ਮੈਨੂੰ। ਤਾਂ ਸਰ, ਤੁਸੀਂ ਸਾਡੇ ਸਮਾਰਟ ਪੇ ਤੇ ਸਾਡੇ ਦੁਆਰਾ ਦਿੱਤੀ ਜਾਣ ਵਾਲੀ ਸੇਵਾ ਤੋਂ ਸੰਤੁਸ਼ਟ ਹੋ? ਹਾਂ, ਬਿਲਕੁਲ। ਠੀਕ ਹੈ ਮਿਸਟਰ ਪਾਂਡੇ, ਤੁਸੀਂ ਸਾਡੇ ਬਹੁਤ ਕੀਮਤੀ ਗਾਹਕ ਹੋ, ਇਸ ਲਈ ਤੁਹਾਨੂੰ ਪਿਛਲੇ 5 ਲੈਣ ਦੇਣ ਲਈ ਇੱਕ ਸਰਪ੍ਰਾਈਜ਼ ਗਿਫਟ ਦੇਣਾ ਚਾਹੁੰਦੇ ਹਾਂ ਜੋ ਤੁਸੀਂ ਇਸ ਮਹੀਨੇ ਜਿੱਤਿਆ ਹੈ। ਕੀ ਬਾਤ ਹੈ, ਸਰਪ੍ਰਾਈਜ਼ ਗਿਫਟ, ਠੀਕ ਹੈ। ਪਰ ਮੈਂ ਐਪ 'ਚ ਅਜਿਹਾ ਕੋਈ ਆਫਰ ਤਾਂ ਦੇਖਿਆ ਨਹੀਂ। ਸਰ, ਮੈਂ ਤੁਹਾਨੂੰ ਕਿਹਾ ਨਾ, ਅਸੀਂ ਤੁਹਾਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਹਾਂ। ਅੱਛਾ, ਠੀਕ ਹੈ, ਕੀ ਹੈ ਉਹ ਸਰਪ੍ਰਾਈਜ਼?
ਸਰ, ਤੁਸੀਂ ਸਾਡੇ ਐਪ ਲਈ ਇਹੀ ਫੋਨ ਨੰਬਰ ਰਜਿਸਟਰ ਕੀਤਾ ਜਾਂ ਫਿਰ ਕੋਈ ਹੋਰ ਨੰਬਰ ਹੈ? ਹਾਂਜੀ, ਇਹੀ ਨੰਬਰ ਹੈ ਜਿਸ ਉੱਪਰ ਆਪਾਂ ਗੱਲ ਕਰ ਰਹੇ ਹੁਣੇ। ਬਹੁਤ ਵਧੀਆ। ਤਾਂ ਫਿਰ ਸਰ, ਸਾਡੇ ਐਪ ਵਿੱਚ ਇੱਕ ਮੈਸੇਜ ਆਇਆ ਹੋਵੇਗਾ, ਉਸ ਨੂੰ ਦੇਖੋ ਜ਼ਰਾ ਹੁਣੇ। ਇੱਕ ਮਿੰਟ, ਮੈਂ ਚੈੱਕ ਕਰਦਾ। ਹਾਂ, ਮੈਨੂੰ ਮੈਸੇਜ ਮਿਲ ਗਿਆ, ਪਰ ਇਹ 18,999 ਰੁਪਏ ਹੋਰ ਭੁਗਤਾਨ ਕਰਨ ਲਈ ਕਹਿ ਰਹੇ। ਬੇਸ਼ੱਕ ਸਰ, ਇਹ ਕਹਿ ਰਿਹਾ ਹੈ ਕਿ ਤੁਹਾਨੂੰ ਆਪਣੇ ਵਾਲਟ ਤੋਂ ਇਸ ਰਕਮ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੈ। ਅੱਛਾ। ਬਸ ਪੇ ਕਰਨ ਦਾ ਵਿਕਲਪ ਦੱਬੋ ਤੇ ਤੁਹਾਨੂੰ ਆਪਣੇ ਵਾਲਟ 'ਚ ਰਾਸ਼ੀ ਦਿਖਾਈ ਦੇਵੇਗੀ। ਠੀਕ ਹੈ, ਠੀਕ ਹੈ, ਇੱਕ ਮਿੰਟ ਦਿਓ ਮੈਨੂੰ, ਮੈਂ ਕਰਦਾ ਹੁਣੇ। ਆ ਲਓ ਜੀ। ਓ ਮਾਈ ਗॉड, ਹੈਲੋ ਹੈਲੋ, ਓ ਮਿਸਟਰ, ਹੈਲੋ, ਓ ਮੇਰੇ ਪੈਸੇ, ਹੈਲੋ 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 ਹੈਲੋ। ਹਾਂ ਦੋਸਤੋ, ਕੀ ਤੁਸੀਂ ਸੁਣਿਆ? ਕੀ ਤੁਸੀਂ ਸਮਝ ਗਏ ਕਿ ਸ਼੍ਰੀ ਪਾਂਡੇ ਨਾਲ ਧੋਖਾ ਹੋਇਆ ਹੈ? ਸ਼੍ਰੀ ਪਾਂਡੇ ਹੈਕਰ ਦੀ ਧੋਖਾਧੜੀ ਦੀ ਕਾਲ ਦਾ ਸ਼ਿਕਾਰ ਹੋ ਗਏ। ਇੱਕ ਕਲਿੱਕ ਵਿੱਚ 19,000 ਰੁਪਏ ਨੂੰ ਚੂਨਾ ਲਗਵਾ ਬੈਠੇ। ਜੀ ਦੋਸਤੋ, ਇਹ ਤਾਂ ਬਹੁਤ ਛੋਟੀ ਜਿਹੀ ਘਟਨਾ ਹੈ। ਦੁਨੀਆ ਤੇਜ਼ ਗਤੀ ਨਾਲ ਡਿਜੀਟਲ ਹੋ ਰਹੀ ਹੈ। ਸਭ ਕੁਝ ਬਿਜਲੀ ਦੀ ਗਤੀ ਨਾਲ ਵੱਧ ਰਿਹਾ ਹੈ। ਵਪਾਰ, ਮਨੋਰੰਜਨ, ਰੁਝਾਨ, ਨਵੇਂ ਉਤਪਾਦ ਆਦਿ। ਖਤਰੇ ਵੀ ਵੱਧ ਰਹੇ ਨੇ ਤੇ ਤੋੜ ਵੀ ਲੱਭੇ ਜਾ ਰਹੇ ਨੇ। ਵੱਡੀ ਵਿਡੰਬਨਾ ਇਹ ਹੈ ਕਿ 2017 ਦੇ ਇੱਕ ਅਧਿਐਨ ਮੁਤਾਬਕ ਭਾਰਤ ਸਾਈਬਰ ਖਤਰਿਆਂ ਦੇ ਮਾਮਲਿਆਂ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਕਮਜ਼ੋਰ ਦੇਸ਼ ਬਣ ਗਿਆ ਹੈ, ਜਿਵੇਂ ਕਿ ਮਾਲਵੇਅਰ, ਸਪੈਮ ਫਿਸ਼ਿੰਗ, ਬੌਟ, ਨੈਟਵਰਕ ਹਮਲੇ, ਵੈਬ ਹਮਲੇ, ਰੈਂਸਮਵੇਅਰ ਤੇ ਕ੍ਰਿਪਟੋ ਮਾਈਨਰਸ। ਅਧਿਐਨ 'ਚ ਇਹ ਵੀ ਦੱਸਿਆ ਗਿਆ ਹੈ ਕਿ ਖਤਰੇ ਦਾ ਦ੍ਰਿਸ਼ ਜ਼ਿਆਦਾ ਭਿੰਨਤਾ ਭਰਿਆ ਬਣ ਜਾਣ ਕਾਰਨ ਹਮਲਾਵਰ ਹਮਲੇ ਦੇ ਨਵੇਂ-ਨਵੇਂ ਰਸਤੇ ਖੋਜਣ ਤੇ ਅਜਿਹਾ ਕਰਦੇ ਸਮੇਂ ਆਪਣੇ ਟਰੈਕ ਨੂੰ ਕਵਰ ਕਰਨ ਲਈ ਸਖਤ ਮਿਹਨਤ ਕਰ ਰਹੇ ਨੇ। ਹੁਣ ਤਾਂ ਇਹ ਵੀ ਚਰਚਾਵਾਂ ਨੇ ਕਿ ਏਜੰਸੀਆਂ ਵੱਲੋਂ ਵੀ ਪੈਗਾਸਸ ਵਰਗੇ ਮਾਲਵੇਅਰ ਰਾਹੀਂ ਕਿਸੇ ਬੇਦੋਸ਼ੀ ਨੂੰ ਅਪਰਾਧੀ ਸਾਬਤ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਗਈਆਂ ਨੇ। ਸਰ, ਕੀ ਮੈਂ ਅੰਦਰ ਆ ਸਕਦੀ ਹਾਂ? ਯੈਸ ਪਲੀਜ਼ ਕਮ ਇਨ। ਜੈ ਹਿੰਦ ਸਰ। ਜੈ ਹਿੰਦ ਮੈਡਮ ਕਮਲਜੀਤ, ਪਲੀਜ਼ ਬੈਠੋ। ਥੈਂਕ ਯੂ ਸਰ। ਸਰ, ਮੈਂ ਆਫਿਸ ਦੇ AI ਮਾਹਰ ਮਿਸਟਰ ਦਿਆਲ ਨੂੰ ਵੀ ਨਾਲ ਹੀ ਲਿਆਈ ਹਾਂ। ਓ ਦੈਟਸ ਵੈਰੀ ਗੁੱਡ। ਜੈ ਹਿੰਦ ਸਰ। ਜੈ ਹਿੰਦ। ਤਾਂ ਮੈਡਮ ਕਮਲਜੀਤ, ਇਹ ਮੀਟਿੰਗ ਬਹੁਤ ਹੀ ਵਿਸ਼ੇਸ਼ ਏਜੰਡੇ ਤੇ ਬੁਲਾਈ ਗਈ ਹੈ। ਜੀ ਸਰ। ਐਕਚੁਅਲੀ ਹਾਲ ਵਿੱਚ ਸਾਨੂੰ ਇੱਕ ਡਾਰਕ ਵੈਬ ਨੈਟਵਰਕ ਰਾਹੀਂ ਲਗਭਗ 150 ਕਰੋੜ ਦੇ ਅਣਅਧਿਕਾਰਿਤ ਲੈਣ ਦੇਣ ਦਾ ਪਤਾ ਲੱਗਾ ਹੈ। CBI ਇਸ ਦੀ ਪੜਤਾਲ ਕਰ ਰਹੀ ਹੈ। ਦਰਅਸਲ ਸੂਚਨਾ ਟੈਕਨੋਲੋਜੀ, ਨੈਟਵਰਕਿੰਗ, ਸੋਸ਼ਲ ਮੀਡੀਆ ਤੇ ਆਨਲਾਈਨ ਵਪਾਰ ਵਗੈਰਾ ਉੱਪਰ ਨਿਰਭਰਤਾ ਵਧਣ ਕਾਰਨ ਸਾਨੂੰ ਸਾਈਬਰ ਅਪਰਾਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀ ਸਰ। ਤੇ ਸਾਈਬਰ ਅਪਰਾਧ ਕੇਵਲ ਵਿੱਤੀ ਮੁੱਦਿਆਂ ਤੱਕ ਹੀ ਸੀਮਿਤ ਨਹੀਂ ਰਿਹਾ, ਸਗੋਂ ਇਹ ਤਾਂ ਰਾਸ਼ਟਰੀ ਸੁਰੱਖਿਆ ਲਈ ਵੀ ਬੜਾ ਖਤਰਾ ਬਣ ਗਿਆ ਹੈ। ਐਗਜ਼ੈਕਟਲੀ ਸਰ। ਤਾਂ ਮੈਂ ਜਾਣਨਾ ਚਾਹੁੰਦਾ ਕਿ ਇਸ ਤਾਜ਼ਾ ਮੁੱਦੇ ਨਾਲ ਨਿਪਟਣ ਲਈ ਸਾਡੀ ਕੀ ਰਣਨੀਤੀ ਹੈ ਤੇ ਕੀ ਤਿਆਰੀ ਹੋ ਸਕਦੀ ਹੈ। ਸਰ, ਮਿਸਟਰ ਦਿਆਲ ਕੋਲ AI ਸੰਬੰਧਿਤ ਮੁਹਾਰਤ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਸਹੀ ਵਿਅਕਤੀ ਨੇ ਜੋ ਬਨੌਟੀ ਬੌਧਿਕਤਾ ਦੀ ਵਰਤੋਂ ਨਾਲ ਇਸ ਸਮੱਸਿਆ ਦੇ ਹੱਲ ਲਈ ਸਾਡੀ ਮਦਦ ਕਰ ਸਕਦੇ ਨੇ। ਠੀਕ ਹੈ। ਮਿਸਟਰ ਦਿਆਲ, ਤੁਸੀਂ ਦੱਸੋ ਕਿ ਇਹ ਸਭ ਕੁਝ ਕਿਵੇਂ ਕੀਤਾ ਜਾਏਗਾ? ਜੀ ਮੈਮ, ਸਾਈਬਰ ਕ੍ਰਾਈਮ ਹੋਣ ਦੇ ਕਈ ਕਾਰਨ ਨੇ। ਸਹੀ ਕਿਹਾ ਮਿਸਟਰ ਦਿਆਲ। ਜਿਵੇਂ ਕਿ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ, ਪਰ ਅਚਾਨਕ ਪਤਾ ਲੱਗਦਾ ਹੈ ਕਿ ਹੈਕਰ ਨੇ ਸਿਸਟਮ ਉੱਪਰ ਹਮਲਾ ਕਰ ਦਿੱਤਾ ਤੇ ਉਹ ਇੱਕ ਵੱਡੀ ਫਿਰੌਤੀ ਦੀ ਮੰਗ ਕਰ ਰਹੇ ਨੇ। ਤੇ ਉਸ ਵਕਤ ਤੁਸੀਂ ਨਾ ਕੇਵਲ ਪੈਸਾ ਹੀ ਗਵਾਉਂਦੇ ਹੋ, ਸਗੋਂ ਆਪਣੇ ਗਾਹਕਾਂ ਦਾ ਭਰੋਸਾ ਵੀ ਗਵਾ ਦਿੰਦੇ ਹੋ। ਬਾਜ਼ਾਰ 'ਚ ਜਾਣ ਵਾਲੇ ਨਕਾਰਾਤਮਕ ਸੰਦੇਸ਼ ਤੁਹਾਡੇ ਬ੍ਰਾਂਡ ਦੀ ਇਮੇਜ ਨੂੰ ਵੀ ਖਰਾਬ ਕਰ ਦਿੰਦੇ ਨੇ। ਦੈਟਸ ਵੈਰੀ ਟਰੂ। ਇਸ ਨਾਲ ਲੋਕਾਂ ਦੇ ਮਨ ਵਿੱਚ ਵੀ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਹਾਂ, ਸਾਡੇ ਅਧਿਐਨ ਦੱਸਦੇ ਨੇ ਕਿ ਛੋਟੇ ਵਪਾਰੀ ਜਾਂ ਉਦਯੋਗਪਤੀ ਇਸ ਦੇ ਵੀ ਜ਼ਿਆਦਾ ਸ਼ਿਕਾਰ ਹੋਏ ਨੇ। 43% ਹਮਲੇ ਉਹਨਾਂ ਉੱਪਰ ਕੀਤੇ ਗਏ ਨੇ। ਮਿਸਟਰ ਦਿਆਲ, ਲੱਗਦਾ ਕਿ ਇਹ ਅਧਿਐਨ ਨਿਸ਼ਚਿਤ ਰੂਪ ਨਾਲ ਇਸ ਮੁੱਦੇ ਨੂੰ ਸਮਝਣ ਤੇ ਸੰਭਾਲਣ 'ਚ ਸਾਡਾ ਮਾਰਗਦਰਸ਼ਨ ਕਰੇਗਾ। ਹਾਂ ਸਰ, ਇਹ ਦੇਖਿਆ ਗਿਆ ਕਿ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਮਾਲਵੇਅਰ ਪ੍ਰਸਾਰ ਹੈ। ਮਾਲਵੇਅਰ ਇੱਕ ਦਿਨ ਵਿੱਚ 1 ਲੱਖ ਤੋਂ ਵੱਧ ਤੇਜ਼ ਗਤੀ ਨਾਲ ਵੱਧ ਰਿਹਾ ਹੈ, ਜਿਸ ਨੂੰ ਨਿਯੰਤਰਿਤ ਕਰਨਾ ਮੁਸ਼ਕਿਲ ਹੈ। ਪਰ ਸਰ, ਕੀ ਬਨੌਟੀ ਬੌਧਿਕਤਾ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦੀ ਹੈ? ਜੀ ਮੈਮ, ਸਾਨੂੰ ਪਹਿਲਾਂ ਇਸ ਦੇ ਦਾਇਰੇ ਨੂੰ ਸਮਝਣ ਦੀ ਤੇ ਸਮੱਸਿਆ ਨੂੰ ਵਿਸਤਾਰ ਨਾਲ ਦੇਖਣ ਦੀ ਲੋੜ ਹੈ। ਬਿਲਕੁਲ ਸਹੀ।
ਸਾਈਬਰ ਹਮਲੇ ਬਾਬਤ ਇਹ ਅਨੁਮਾਨ ਲਗਾਉਣਾ ਔਖਾ ਹੈ ਕਿ ਨਵੇਂ ਹਮਲੇ ਕੀ ਹੋਣਗੇ ਤੇ ਉਹ ਕਿਵੇਂ ਸੰਚਾਲਿਤ ਹੋਣਗੇ। ਅਗਲਾ ਵੱਡਾ ਮਾਲਵੇਅਰ ਖਤਰਾ ਕੀ ਹੋਵੇਗਾ? ਤਾਂ ਕਿ ਅਣਜਾਣ ਖਤਰਿਆਂ ਤੋਂ ਬਚਾਅ ਕਰਨਾ ਮੁਸ਼ਕਲ ਹੈ। ਹਾਂ ਸਰ, ਕੁਝ ਹੱਦ ਤੱਕ। ਤੇ ਸਾਈਬਰ ਅਪਰਾਧੀ ਇਸੇ ਦਾ ਹੀ ਫਾਇਦਾ ਉਠਾਉਂਦੇ ਨੇ। ਸਰ, ਜਿਊਸ, ਟਰੋਜਨ ਤੇ ਲੋਕੀ ਨੂੰ ਵੀ ਕਦੇ ਵੱਡੇ ਖਤਰੇ ਦੇ ਰੂਪ ਵਿੱਚ ਮੰਨਿਆ ਜਾਂਦਾ ਸੀ, ਪਰ ਹੁਣ ਅੱਜ-ਕੱਲ੍ਹ ਇਮੋਟੈਟ ਤੇ ਬੋਟਨੈਟ ਵਰਗੇ ਵਾਇਰਸ ਵੀ ਆ ਗਏ ਨੇ। ਅੱਛਾ, ਖਤਰਨਾਕ ਗੱਲ ਇਹ ਹੈ ਕਿ ਇਮੋਟੈਟ ਸੌਫਟਵੇਅਰ ਆਮ ਤੌਰ ਤੇ ਤਾਂ ਮੰਦਭਾਵਨਾ ਵਾਲੇ ਉਪਕਰਨਾਂ ਦੇ ਲਈ ਵੰਡ ਤੇ ਪੈਕਿੰਗ ਸਿਸਟਮ ਦੇ ਰੂਪ ਵਿੱਚ ਕੰਮ ਕਰਦਾ ਹੈ, ਪਰ ਇਹ ਕੰਪਿਊਟਰ ਸਿਸਟਮ ਨੂੰ ਜ਼ਾਲਮ ਬਣਾਉਣ, ਸਪੈਮ, ਈਮੇਲ ਮੈਸੇਜ ਬਣਾਉਣ, ਭੇਜਣ ਤੇ ਵਿੱਤੀ ਡਾਟਾ ਚੋਰੀ ਕਰਨ ਦੇ ਲਈ ਵੀ ਕੰਮ ਕਰ ਸਕਦਾ ਹੈ। ਪਰ ਇਸ ਦੀ ਸ਼ੁਰੂਆਤ ਕਿਵੇਂ ਹੋਈ? ਸਰ, ਇਮੋਟੈਟ ਇੱਕ ਬੈਂਕਿੰਗ ਟਰੋਜਨ ਵਜੋਂ ਵਰਤਿਆ ਜਾਂਦਾ ਸੀ, ਪਰ ਇਹ ਇੱਕ ਬੋਟਨੈਟ ਦੇ ਰੂਪ ਵਿੱਚ ਵਿਕਸਿਤ ਹੋ ਗਿਆ। ਇਸ ਲਈ ਇਸ ਦੀ ਵਰਤੋਂ ਕਰਨ ਵਾਲੇ ਅਪਰਾਧੀ ਇਸ ਨੂੰ ਅੱਗੋਂ ਹੋਰਾਂ ਨੂੰ ਲੀਜ਼ ਤੇ ਦੇ ਰਹੇ ਨੇ। ਤੇ ਲੀਜ਼ ਤੇ ਲੈ ਕੇ ਉਸ ਦਾ ਕਰਦੇ ਕੀ ਨੇ? ਮੈਡਮ, ਉਹ ਅਪਰਾਧੀ ਅੱਗੋਂ ਲੋਕਾਂ ਦੇ ਕੰਪਿਊਟਰਾਂ ਵਿੱਚ ਆਪਣੇ ਖੁਦ ਦੇ ਮਾਲਵੇਅਰ ਛੱਡ ਦਿੰਦੇ ਨੇ। ਮੰਦਭਾਵਨਾ ਵਾਲੇ ਉਪਕਰਨਾਂ ਦੇ ਲਗਭਗ 2/3 ਨੂੰ ਇਸ ਨੂੰ ਇਮੋਟੈਟ ਦੇ ਫਿਸ਼ਿੰਗ ਹਮਲਿਆਂ ਦੇ ਦੌਰਾਨ ਹੀ ਲੋਕਾਂ ਦੇ ਕੰਪਿਊਟਰ ਹਮਲਾ ਤੇ ਪਹੁੰਚਾਇਆ ਗਿਆ ਸੀ। ਪਰ ਇਸ ਮਾਮਲੇ 'ਚ ਕੰਮ ਕਰਨ ਦਾ ਤਰੀਕਾ ਕੀ ਹੈ? ਸਰ, ਮਾਲਵੇਅਰ ਨੂੰ ਫਿਸ਼ਿੰਗ ਈਮੇਲ ਦੇ ਰਾਹੀਂ ਵੰਡਿਆ ਜਾਂਦਾ ਹੈ, ਜਿਸ ਵਿੱਚ ਇੱਕ ਮੰਦਭਾਵਨਾ ਮਾਈਕਰੋਸਾਫਟ ਵਰਡ ਦਸਤਾਵੇਜ਼ ਹੁੰਦਾ ਹੈ। ਈਮੇਲ ਦਾ ਵਿਸ਼ਾ ਆਮ ਤੌਰ ਤੇ ਚਲਾਨ, ਬੈਂਕ ਵੇਰਵਾ ਜਾਂ ਹੋਰ ਵਿੱਤੀ ਵਿਸ਼ਿਆਂ ਤੇ ਆਧਾਰਿਤ ਹੁੰਦਾ ਹੈ, ਯਾਨੀ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਦੇ ਲਈ ਸਾਧਾਰਨ ਸ਼ਬਦ। ਤੇ ਅਟੈਚਮੈਂਟ ਵਿੱਚ ਕੀ ਹੁੰਦਾ ਮਿਸਟਰ ਦਿਆਲ? ਅਜਿਹਾ ਈਮੇਲ ਉਪਭੋਗੀ ਨੂੰ ਦਸਤਾਵੇਜ਼ ਦੇਖਣ ਲਈ ਅਨੇਬਲ ਕੰਟੈਂਟ ਦਾ ਆਪਸ਼ਨ ਦਿੰਦਾ ਹੈ, ਤੇ ਆਪਸ਼ਨ ਮੰਨ ਲੈਣ ਤੇ ਇਹ ਮਾਕਰੋਸ ਤੇ URLs ਦੇ ਉਪਭੋਗੀਆਂ ਦੇ ਕੰਪਿਊਟਰ ਜਾਂ ਇਸ ਤੋਂ ਇਲਾਵਾ ਮੋਬਾਈਲ ਉੱਪਰ ਐਮੋਟੈਟ ਪਾਉਣ ਦੀ ਸਹਿਮਤੀ ਦਿੰਦਾ ਹੈ। ਓ ਮਾਈ ਗॉड, ਇਹ ਤਾਂ ਇੱਕ ਜਾਲ ਦੀ ਤਰ੍ਹਾਂ ਹੈ। ਹਾਂ ਮੈਮ, ਇਹ ਉਪਯੋਗਕਰਤਾਵਾਂ ਦੇ ਲਈ ਇੱਕ ਜਾਲ ਹੈ ਤੇ ਉਹ ਇਸ ਆਕਰਸ਼ਕ ਦਸਤਾਵੇਜ਼ ਨੂੰ ਖੋਲ੍ਹਣ ਦੇ ਝਾਂਸੇ 'ਚ ਆ ਜਾਂਦੇ ਨੇ। ਕਿਉਂਕਿ ਐਮੋਟੈਟ ਇੱਕ ਸਫਲ ਬੋਟਨੈਟ ਹੈ, ਇਹ ਸਪੈਮ ਈਮੇਲ ਕਿਸੇ ਇੱਕ ਵਿਸ਼ੇਸ਼ ਸਰੋਤ ਤੇ ਨਹੀਂ ਆਉਂਦਾ, ਸਗੋਂ ਦੁਨੀਆ ਭਰ ਵਿੱਚ ਸੰਕਰਮਿਤ ਵਿੰਡੋਜ਼ ਮਸ਼ੀਨਾਂ ਤੇ ਆਉਂਦਾ ਹੈ। ਮਿਸਟਰ ਦਿਆਲ, ਇਹਦਾ ਮਤਲਬ ਹੈ ਕਿ ਇਹ ਇੱਕ ਮਹਾਮਾਰੀ ਦੀ ਤਰ੍ਹਾਂ ਫੈਲਦਾ ਹੈ। ਬਿਲਕੁਲ ਸਰ, ਅਗਰ ਕੋਈ ਮਸ਼ੀਨ ਐਮੋਟੈਟ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਇਹ ਨਾ ਕੇਵਲ ਮਾਲਵੇਅਰ ਨੂੰ ਸਿਸਟਮ ਵਿੱਚ ਇੱਕ ਬੈਕਡੋਰ ਐਂਟਰੀ ਕਰਨ ਦਿੰਦਾ ਹੈ, ਸਗੋਂ ਹਮਲਾਵਰਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਵੀ ਚੋਰੀ ਕਰਨ ਦਿੰਦੀ ਹੈ। ਨਾਲ ਹੀ ਇਹ ਹਮਲਾਵਰਾਂ ਨੂੰ ਹੋਰ ਮਾਲਵੇਅਰ ਫੈਲਾਉਣ ਵਿੱਚ ਉਸ ਮਸ਼ੀਨ ਦਾ ਉਪਯੋਗ ਕਰਨ ਦੀ ਸਹਿਮਤੀ ਵੀ ਦਿੰਦੀ ਹੈ। ਪਰ ਇਦਾਂ ਕਿਉਂ ਕਿਹਾ ਜਾਂਦਾ ਹੈ ਕਿ ਸਾਈਬਰ ਹਮਲਾ ਮਨੁੱਖੀ ਜਾਤੀ ਲਈ ਸਭ ਤੋਂ ਵੱਡਾ ਖਤਰਾ ਹੈ, ਪਰਮਾਣੂ ਹਥਿਆਰ ਤੋਂ ਵੀ ਵੱਡਾ ਖਤਰਾ? ਸਰ, ਇਹ ਇਸ ਲਈ ਕਿ ਇਸ ਦੇ ਹਮਲਿਆਂ ਨੂੰ ਨਾ ਕੇਵਲ ਵਿੱਤੀ ਸੇਵਾਵਾਂ ਤੇ ਸੰਗਠਨਾਂ ਤੇ ਕੇਂਦਰਿਤ ਕੀਤਾ ਗਿਆ ਹੈ, ਸਗੋਂ ਹੁਣ ਤਾਂ ਇਹ ਭੋਜਨ, ਮੀਡੀਆ, ਆਵਾਜਾਈ, ਉਦਯੋਗਾਂ ਨੂੰ ਵੀ ਇਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਠੀਕ ਹੈ, ਸਾਨੂੰ ਇਹਦੀ ਰਿਐਲਿਟੀ ਦਾ ਸਾਹਮਣਾ ਕਰਨਾ ਚਾਹੀਦਾ ਹੈ। ਇਸ ਚੁਣੌਤੀ ਨਾਲ ਨਿਪਟਣ ਬਾਰੇ ਸੋਚਣ ਦੀ ਲੋੜ ਹੈ। ਹੈਲੋ, ਚਾਹ ਆ ਗਈ, ਪਹਿਲਾਂ ਚਾਹ ਪੀ ਲਈਏ, ਬਾਅਦ 'ਚ ਗੱਲ ਅੱਗੇ ਤੋਰਦੇ ਹਾਂ। ਜੀ ਸਰ। ਹਾਂ ਤਾਂ ਮਿਸਟਰ ਦਿਆਲ, ਇਸ ਨਵੀਂ ਚੁਣੌਤੀ ਬਾਰੇ ਦੱਸੋ ਜ਼ਰਾ ਕੁਝ ਵਿਸਥਾਰ ਦੇ ਨਾਲ। ਜੀ ਮੈਮ, ਪਰੰਪਰਾਗਤ ਤਕਨੀਕ ਪੁਰਾਣੇ ਅੰਕੜਿਆਂ ਤੇ ਨਿਰਭਰ ਹੈ। ਉਹ ਹੈਕਰਸ ਦੇ ਨਵੇਂ ਜਾਲਾਂ ਤੇ ਚਾਲਾਂ ਦੀ ਬਰਾਬਰੀ ਨਹੀਂ ਕਰ ਸਕਦੇ। ਆਮ ਲੋਕਾਂ ਨੂੰ ਹਰ ਰੋਜ਼ ਅਣਗਿਣਤ ਸਾਈਬਰ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਇਹ ਮਾਲਵੇਅਰ ਕਿੰਨੀ ਕੁ ਤੇਜ਼ੀ ਨਾਲ ਫੈਲਦਾ ਹੈ? ਸਰ, ਇੱਕ ਦਿਨ ਵਿੱਚ 1 ਲੱਖ ਤੋਂ ਜ਼ਿਆਦਾ ਦੀ ਗਤੀ ਨਾਲ ਵੱਧ ਰਿਹਾ ਹੈ, ਜਿਸ ਨੂੰ ਮੈਨੂਅਲ ਰੂਪ ਵਿੱਚ ਨਿਯੰਤਰਿਤ ਕਰਨਾ ਬਹੁਤ ਮੁਸ਼ਕਿਲ ਹੈ। ਤੇ ਜੇਕਰ ਲੋਕ ਉਚਿਤ ਸਾਵਧਾਨੀ ਵਰਤਣ ਤੇ ਆਪਣਾ ਡਾਟਾ ਤੇ ਪਾਸਵਰਡ ਸੁਰੱਖਿਅਤ ਰੱਖਣ ਤਾਂ? ਜੀ, ਤੁਸੀਂ ਠੀਕ ਕਹਿ ਰਹੇ ਹੋ, ਪਰ ਜੇ ਸੁਰੱਖਿਆ ਦੀ ਗੱਲ ਕਰੀਏ ਤਾਂ ਪਾਸਵਰਡ ਦੀ ਭੂਮਿਕਾ ਬਹੁਤ ਹੀ ਸੀਮਤ ਹੁੰਦੀ ਹੈ। ਹਕੀਕਤ ਇਹ ਵੀ ਹੈ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਆਪਣਾ ਪਾਸਵਰਡ ਬਣਾਉਣ ਵਿੱਚ ਬਹੁਤ ਆਲਸੀ ਨੇ। ਦੈਟਸ ਵੈਰੀ ਟਰੂ। ਐਕਚੁਅਲੀ ਪਾਸਵਰਡ ਦੀਆਂ ਹੋਰ ਕੀ ਕਮਜ਼ੋਰੀਆਂ ਹੋ ਸਕਦੀਆਂ ਨੇ? ਸਰ, ਬਹੁਤੇ ਲੋਕ ਅਕਸਰ ਕਈ ਖਾਤਿਆਂ ਵਿੱਚ ਇੱਕ ਹੀ ਪਾਸਵਰਡ ਦਾ ਇਸਤੇਮਾਲ ਕਰਦੇ ਨੇ। ਜੀ। ਸਾਲਾਂ ਤੋਂ ਇੱਕ ਹੀ ਪਾਸਵਰਡ ਉੱਪਰ ਨਿਰਭਰ ਰਹਿੰਦੇ ਨੇ, ਉਹਨਾਂ ਨੂੰ ਬਦਲਦੇ ਹੀ ਨਹੀਂ। ਹੋਰ ਤਾਂ ਹੋਰ ਆਪਣਾ ਪਾਸਵਰਡ ਆਪਣੀ ਡਿਵਾਈਸ ਵਿੱਚ ਲਿਖ ਰੱਖਦੇ ਨੇ। ਤੇ ਬਾਇਓਮੈਟ੍ਰਿਕ ਪ੍ਰਮਾਣੀਕਰਨ ਦੇ ਬਾਰੇ ਕੀ ਕਹੋਗੇ ਮਿਸਟਰ ਦਿਆਲ? ਮੈਡਮ, ਜਿਵੇਂ ਤੁਸੀਂ ਕਿਹਾ, ਬਾਇਓਮੈਟ੍ਰਿਕ ਪ੍ਰਮਾਣੀਕਰਨ ਨੂੰ ਪਾਸਵਰਡ ਦੇ ਵਿਕਲਪ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ, ਪਰ ਇਹ ਬਹੁਤ ਸੁਵਿਧਾਜਨਕ ਨਹੀਂ ਤੇ ਹੈਕਰ ਇਸ ਨੂੰ ਵੀ ਆਸਾਨੀ ਨਾਲ ਬਾਈਪਾਸ ਕਰ ਸਕਦੇ ਨੇ। ਤੇ ਬਾਇਓਮੈਟ੍ਰਿਕ ਦੀਆਂ ਹੋਰ ਕੀ ਕਮਜ਼ੋਰੀਆਂ ਨੇ? ਸਰ, ਜਿਵੇਂ ਕਿ ਫੇਸ ਰੈਕੋਗਨੀਸ਼ਨ ਸਿਸਟਮ ਨਵੇਂ ਹੇਅਰ ਸਟਾਈਲ ਦੇ ਕਾਰਨ ਜਾਂ ਟੋਪੀ ਪਹਿਨੇ ਹੋਏ ਪਹਿਚਾਨ ਨਹੀਂ ਸਕਦੇ। ਹਮਲਾਵਰ ਫੇਸਬੁੱਕ ਜਾਂ ਇੰਸਟਾਗ੍ਰਾਮ ਤੋਂ ਗਾਹਕ ਦੀਆਂ ਨਵੀਆਂ ਤਸਵੀਰਾਂ ਨੂੰ ਵਰਤ ਕੇ ਤੁਹਾਡੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ। ਮਿਸਟਰ ਦਿਆਲ, ਇਹਦਾ ਹੱਲ ਕੀ ਹੈ? ਨੈਗੇਟਿਵਿਟੀ ਦੀ ਥਾਂ ਸਾਨੂੰ ਇਸ ਮੁੱਦੇ ਉੱਪਰ ਗੰਭੀਰਤਾ ਨਾਲ ਵਿਚਾਰ ਕਰਨ ਤੇ ਤੁਰੰਤ ਜ਼ਰੂਰੀ ਕਾਰਵਾਈ ਕਰਨ ਦੀ ਲੋੜ ਹੈ।
ਰੀਅਲੀ ਸੌਰੀ ਸਰ, ਅਸੀਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹਾਂ। ਸਰ, ਇਸ ਸਥਿਤੀ ਵਿੱਚ ਬਨਾਵਟੀ ਬੌਧਿਕਤਾ ਇੱਕ ਹੱਲ ਹੈ, ਚਾਹੇ ਪੂਰੀ ਤਰ੍ਹਾਂ ਨਾਲ ਨਾ ਸਹੀ, ਪਰ ਤੇਜ਼ੀ ਨਾਲ ਫੈਲਦੇ ਰਹਿੰਦੇ ਇਸ ਮਾਲਵੇਅਰ ਲਈ AI ਕਾਫੀ ਕਾਰਗਰ ਸਿੱਧ ਹੋ ਸਕਦੀ ਹੈ। ਜਿਸ ਨੂੰ ਵਰਤਿਆ ਜਾਵੇ ਤਾਂ ਹਰ ਮਾਲਵੇਅਰ ਲਈ ਹੱਥੀਂ ਤਿਆਰ ਕੀਤੇ ਐਂਟੀਵਾਇਰਸ ਦੀ ਕੋਈ ਜ਼ਰੂਰਤ ਹੀ ਨਹੀਂ। ਠੀਕ ਹੈ। AI ਤੇ ਮਸ਼ੀਨ ਲਰਨਿੰਗ ਵੀ ਉਹ ਚਾਰਾ ਹੈ ਜੋ ਬੁਰੇ ਨੂੰ ਚੰਗੇ ਨਾਲੋਂ ਅਲੱਗ ਕਰ ਸਕਦੀ ਹੈ, ਤੇ ਅਸੀਂ ਅਣਦੇਖੇ ਅਣਛੂਏ ਅਜਨਬੀ ਮਾਲਵੇਅਰ ਦੇ ਹਮਲੇ ਤੋਂ ਬਚ ਸਕਦੇ ਹਾਂ। ਵਾਹ, ਦੈਟਸ ਗ੍ਰੇਟ। ਪਰ ਮਿਸਟਰ ਦਿਆਲ, ਮਸ਼ੀਨ ਲਰਨਿੰਗ ਮਦਦ ਕਿਵੇਂ ਕਰਦੀ ਹੈ? ਮੈਡਮ, ਮਸ਼ੀਨ ਲਰਨਿੰਗ ਦੇ ਮੁੱਖ ਧਾਰਾ 'ਚ ਆਉਣ ਤੋਂ ਪਹਿਲਾਂ AI ਦਾ ਇਸਤੇਮਾਲ ਕੇਵਲ ਵਪਾਰ ਤੇ ਉਦਯੋਗਾਂ ਵਿੱਚ ਨਿਮਨ ਪੱਧਰੀ ਕੰਮਾਂ ਨੂੰ ਸਵੈਚਾਲਿਤ ਬਣਾਉਣ ਲਈ ਕੀਤਾ ਜਾਂਦਾ ਸੀ, ਪਰ ਹੁਣ ਮਸ਼ੀਨ ਲਰਨਿੰਗ ਵਿੱਚ ਵਿਕਸਿਤ ਹੋਣ ਦੀ ਸਮਰੱਥਾ ਹੈ, ਜਿਸ ਕਰਕੇ ਇਹ AI ਤੋਂ ਅਲੱਗ ਹੈ। ਬਟ ਮਿਸਟਰ ਦਿਆਲ, ਮਸ਼ੀਨ ਲਰਨਿੰਗ ਕਿਵੇਂ ਸਹਾਈ ਹੁੰਦੀ ਹੈ? ਸਰ, ਭਾਂਤ-ਭਾਂਤ ਦੀਆਂ ਪ੍ਰੋਗਰਾਮਿੰਗ ਤਕਨੀਕਾਂ ਵਰਤ ਕੇ ਮਸ਼ੀਨ ਲਰਨਿੰਗ ਐਲਗੋਰਿਦਮ ਵੱਡੀ ਮਾਤਰਾ ਵਿੱਚ ਆંકੜਿਆਂ ਦਾ ਵਿਸ਼ਲੇਸ਼ਣ ਕਰਦਾ ਹੈ। ਇਸ ਤਰ੍ਹਾਂ ਉਹਨਾਂ ਵਿੱਚੋਂ ਉਪਯੋਗੀ ਜਾਣਕਾਰੀ ਕੱਢਣ ਦੇ ਸਮਰੱਥ ਹੋ ਜਾਂਦੇ ਨੇ ਤੇ ਮੌਜੂਦਾ ਡਾਟਾ ਤੋਂ ਸਿੱਖ ਕੇ ਆਪਣੀਆਂ ਪਿਛਲੀਆਂ ਕਮੀਆਂ ਦੂਰ ਕਰ ਲੈਂਦੇ ਨੇ। ਪਰ AI ਬਾਰੇ ਕੀ ਕਹੋਗੇ? ਦਰਅਸਲ ਮਸ਼ੀਨ ਲਰਨਿੰਗ ਐਲਗੋਰਿਦਮ ਦੀ ਸਭ ਤੋਂ ਵੱਡੀ ਲੋੜ ਤੇ ਅਹਿਮੀਅਤ ਵਾਲੀ ਚੀਜ਼ ਹੈ ਵੱਡਾ ਡਾਟਾ ਸਟੋਰੇਜ। ਐਲਗੋਰਿਦਮ ਦੇ ਕਾਰਨ ਹੀ ਤਾਂ ਬਨਾਵਟੀ ਬੌਧਿਕਤਾ ਅਜਿਹੇ ਕਈ ਕੰਮ ਕਰਨ ਦੇ ਸਮਰੱਥ ਹੋ ਗਈ ਜਿਨ੍ਹਾਂ ਨੂੰ ਕਰਨ ਲਈ ਇਸ ਨੂੰ ਪ੍ਰੋਗਰਾਮ ਵੀ ਨਹੀਂ ਕੀਤਾ ਸੀ। ਤੇ ਇਹ ਪ੍ਰਣਾਲੀ ਕਿੰਨਾਂ ਵਿਧੀਆਂ ਦੀ ਵਰਤੋਂ ਕਰਦੀ ਹੈ? ਮੈਡਮ, AI ਤੇ ਮਸ਼ੀਨ ਲਰਨਿੰਗ ਪ੍ਰਣਾਲੀ ਆંકੜਾ ਵਿਗਿਆਨ ਵਿਦਿਆ ਦੀ ਵੱਡੇ ਪੱਧਰ ਤੇ ਵਰਤੋਂ ਕਰਦੀ ਹੈ, ਜਿਸ ਦੀ ਬਦੌਲਤ ਇਹ ਵਧੀਆ ਨਤੀਜੇ ਕੱਢਦੀ ਹੈ, ਪਰ ਨਤੀਜੇ ਇਸ ਦੇ ਡਾਟਾ ਸੈੱਟ ਦੀ ਗੁਣਵੱਤਾ ਉੱਪਰ ਨਿਰਭਰ ਕਰਦੇ ਨੇ। ਓਕੇ, ਮਤਲਬ ਮਸ਼ੀਨ ਲਰਨਿੰਗ ਤੇ AI ਦੋਵੇਂ ਨਾਲ-ਨਾਲ ਚੱਲਦੇ ਨੇ। ਬਿਲਕੁਲ ਸਰ, ਬਹੁਤੇ ਕਾਰਜ ਆਨਲਾਈਨ ਹੋਣ ਕਰਕੇ ਕੰਪਨੀਆਂ ਦੀ ਪਹੁੰਚ ਗਾਹਕਾਂ ਦੇ ਅੰਕੜਿਆਂ ਤੱਕ ਹੋ ਗਈ ਹੈ। ਇਹ ਡਾਟਾ ਲੱਖਾਂ ਵਿੱਚ ਹੁੰਦਾ ਹੈ, ਹਰ ਰੋਜ਼ ਵੱਧ ਰਿਹਾ ਹੈ। ਤਾਂ ਕੀ ਇਸ ਵਿੱਚ AI ਮਦਦ ਕਰਦੀ ਹੈ? ਹਾਂ ਮੈਮ, ਬਨਾਵਟੀ ਬੌਧਿਕਤਾ ਦੀ ਮਦਦ ਨਾਲ ਅਸੀਂ ਚੀਜ਼ਾਂ ਨੂੰ ਤੇ ਵਰਤਾਰਿਆਂ ਨੂੰ ਮੈਨੇਜ ਕਰ ਸਕਦੇ ਹਾਂ। ਇਸ ਦੀ ਮਦਦ ਨਾਲ ਵਿਵਹਾਰ ਵਿੱਚ ਕਿਸੇ ਪਰਿਵਰਤਨ ਜਾਂ ਉਲੰਘਣਾ ਦੇ ਫਾਇਦੇ ਨੁਕਸਾਨ ਜਾਂ ਉਹਨਾਂ ਦੇ ਨਤੀਜਿਆਂ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ। ਕੀ ਇਹ ਰੀਅਲ ਟਾਈਮ ਮੋਨੀਟਰਿੰਗ ਕਰਦੀ ਹੈ? ਜੀ ਸਰ, ਰੀਅਲ ਟਾਈਮ ਮੋਨੀਟਰਿੰਗ ਹੁੰਦੀ ਹੈ। ਸਾਈਬਰ ਸਿਕਿਉਰਿਟੀ ਦੇ ਖੇਤਰ ਵਿੱਚ ਮਸ਼ੀਨ ਲਰਨਿੰਗ ਤੇ AI ਸੰਭਾਵਿਤ ਸਮੱਸਿਆਵਾਂ ਨੂੰ ਲਗਾਤਾਰ ਤੁਰੰਤ ਹੀ ਪਹਿਚਾਣ ਲੈਂਦੀਆਂ ਨੇ। ਇਸ ਤੁਰੰਤ ਕੀਤੀ ਪਹਿਚਾਣ ਕਰਕੇ ਢੁਕਵਾਂ ਪ੍ਰਤੀਕਰਨ ਕੀਤਾ ਜਾ ਸਕਦਾ ਹੈ ਤੇ ਰੋਜ਼ਮर्रा ਦੇ ਕੰਮਾਂ 'ਚ ਆਉਣ ਵਾਲੀ ਰੁਕਾਵਟ ਤੋਂ ਬਚਿਆ ਜਾ ਸਕਦਾ ਹੈ। ਭਈ ਇਹ ਤਾਂ ਬਹੁਤ ਹੀ ਮਹੱਤਵਪੂਰਨ ਪਹਿਲੂ ਹੈ। ਹਾਂ, ਆਰਟੀਫੀਸ਼ੀਅਲ ਇੰਟੈਲੀਜੈਂਸ ਬਿਨਾਂ ਕਿਸੇ ਮਨੁੱਖੀ ਦਖਲ ਅੰਦਾਜ਼ੀ ਦੇ ਕਿਸੇ ਵੀ ਸਾਈਬਰ ਖਤਰੇ ਦਾ ਪਤਾ ਲਗਾਉਣਾ ਤੇ ਉਸ ਦਾ ਸਾਹਮਣਾ ਕਰਨ ਦੇ ਸਮਰੱਥ ਹੈ, ਤਾਂ ਜੋ ਡਾਟਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਰਹਿ ਸਕੇ। ਤੇ ਇਸ ਵਿੱਚ ਗਲਤੀ ਦੀ ਸੰਭਾਵਨਾ ਕਿੰਨੀ ਕੁ ਹੈ ਮਿਸਟਰ ਦਿਆਲ? ਸਾਰਾ ਕੰਮ ਮਸ਼ੀਨੀ ਭਾਸ਼ਾ 'ਚ ਹੋਣ ਕਰਕੇ ਇਹ ਬਿਨਾਂ ਕਿਸੇ ਬਜਰ ਗਲਤੀ ਤੇ ਸਾਈਬਰ ਸੁਰੱਖਿਆ ਸੇਵਾਵਾਂ ਤੇ ਰਹਿ ਸਕਦੀ ਹੈ। ਤੇ ਹਮਲਾ ਹੋਣ ਤੋਂ ਕਿੰਨੇ ਕੁ ਟਾਈਮ ਬਾਅਦ ਪਤਾ ਲੱਗ ਸਕਦਾ ਹੈ? ਸਰ, ਕਿਸੇ ਵੀ ਹਮਲੇ ਦਾ ਪਤਾ ਸ਼ੁਰੂਆਤੀ ਪੜਾਅ ਵਿੱਚ ਲੱਗ ਸਕਦਾ ਹੈ ਜਾਂ ਫਿਰ ਹਮਲੇ ਹੋਣ ਤੋਂ ਪਹਿਲਾਂ ਹੀ ਉਸ ਦੇ ਬਾਰੇ ਜਾਣਿਆ ਜਾ ਸਕਦਾ ਹੈ। ਬਹੁਤ ਵਧੀਆ। ਹੋਰ ਕੁਝ ਮਿਸਟਰ ਦਿਆਲ? ਮੈਡਮ, ਅਪਰਾਧੀਆਂ ਦਾ ਅਗਲਾ ਸੰਭਾਵਿਤ ਕਦਮ ਕੀ ਹੋ ਸਕਦਾ ਹੈ ਤੇ ਬਾਬਤ ਵੀ ਤੁਸੀਂ ਚਿੰਤਿਤ ਰਹਿੰਦੇ ਹੋ। ਇਹ ਸਾਨੂੰ ਅਜਿਹੀ ਜਾਣਕਾਰੀ ਵੀ ਦੇ ਸਕਦਾ ਹੈ। ਉਹ ਕਿਵੇਂ? AI ਤੇ ਮਸ਼ੀਨ ਲਰਨਿੰਗ 10,000 ਤੋਂ ਜ਼ਿਆਦਾ ਸਰਗਰਮ ਫਿਸ਼ਿੰਗ ਸਰੋਤਾਂ ਦਾ ਪਤਾ ਲਗਾ ਸਕਦਾ ਹੈ ਤੇ ਉਹਨਾਂ ਨੂੰ ਟਰੈਕ ਵੀ ਕਰ ਸਕਦਾ ਹੈ। ਮਨੁੱਖ ਦੀ ਤੁਲਨਾ ਵਿੱਚ ਬਹੁਤ ਤੇਜ਼ ਰਿਐਕਟ ਕਰਦਾ ਹੈ। ਇਹਦੇ ਨਾਲ ਕਿੱਥੋਂ ਤੱਕ ਦੇ ਫਿਸ਼ਿੰਗ ਸੋਰਸਿਸ ਦਾ ਪਤਾ ਲੱਗ ਸਕਦਾ ਹੈ? ਸਰ, ਫਿਸ਼ਿੰਗ ਅਭਿਆਨਾਂ ਦਾ ਕਿਸੇ ਭੂਗੋਲਿਕ ਖੇਤਰ ਨਾਲ ਕੋਈ ਸੰਬੰਧ ਨਹੀਂ ਹੁੰਦਾ। AI ਤੇ ਮਸ਼ੀਨ ਲਰਨਿੰਗ ਦੁਨੀਆ ਭਰ ਤੋਂ ਆ ਰਹੀਆਂ ਫਿਸ਼ਿੰਗ ਦੀਆਂ ਧਮਕੀਆਂ ਨੂੰ ਸਕੈਨ ਕਰਦਾ ਹੈ। ਇਸ ਦੇ ਨਕਲੀ ਤੇ ਅਸਲੀ ਵੈਬਸਾਈਟ ਦੇ ਵਿੱਚ ਅੰਤਰ ਦੀ ਸੰਭਾਵਨਾ ਕਰ ਸਕਦਾ ਹੈ। ਇਹਦਾ ਮਤਲਬ ਕਿ AI ਲਗਾਤਾਰ ਬਦਲਦੀ ਤੇ ਹਾਈਟੈਕ ਹੁੰਦੀ ਦੁਨੀਆ ਦੇ ਮੁਤਾਬਿਕ ਕੰਮ ਕਰ ਸਕਦੀ ਹੈ। ਬਿਲਕੁਲ ਮੈਡਮ, ਦਰਅਸਲ ਮਸ਼ੀਨ ਲਰਨਿੰਗ ਤੇ AI ਹੈਕਰਸ ਦੇ ਫਿਸ਼ਿੰਗ ਪੈਟਰਨ ਦਾ ਅਧਿਐਨ ਕਰਦਾ ਹੈ, ਜਿਸ ਕਰਕੇ ਫਿਸ਼ਿੰਗ ਗਤੀਵਿਧੀਆਂ ਨੂੰ ਤੁਰੰਤ ਪਹਿਚਾਨਿਆ ਜਾ ਸਕਦਾ ਹੈ। ਮਿਸਟਰ ਦਿਆਲ, ਘੁਸਪੈਠ ਦੇ ਸੰਭਾਵਿਤ ਨੁਕਸਾਨ ਨੂੰ ਰੋਕਣਾ ਕਿੰਨਾ ਕੁ ਸੰਭਵ ਹੈ? ਸਰ, ਹੁਣ ਤੱਕ ਖਤਰਨਾਕ ਘੁਸਪੈਠ ਦੇ ਸੰਭਾਵਿਤ ਨੁਕਸਾਨ ਨੂੰ ਰੋਕਣਾ ਤੇ ਲੌਗਇਨ ਡਾਟਾ ਦੀ ਚੋਰੀ ਹੋਣ ਤੋਂ ਬਚਾਉਣਾ, ਮਾਲਵੇਅਰ ਦੀ ਤੈਨਾਤੀ ਜਾਂ ਹਮਲਾਵਰਾਂ ਦੀ ਨੈਟਵਰਕ ਤੱਕ ਪਹੁੰਚ ਨੂੰ ਰੋਕਣਾ ਵੀ ਸੰਭਵ ਹੋ ਗਿਆ ਹੈ। ਪਰ ਹੈਕਿੰਗ ਦੇ ਨਵੇਂ ਪੈਟਰਨ ਆਉਣ ਤੇ ਕੀ ਹੁੰਦਾ ਮਿਸਟਰ ਦਿਆਲ? ਮੈਡਮ, ਵਿਵਹਾਰਿਕ ਵਿਸ਼ਲੇਸ਼ਣ ਦੇ ਸਮਰੱਥ ਹੋਣ ਕਰਕੇ AI ਨਵੇਂ ਪੈਟਰਨਾਂ ਵਿਰੁੱਧ ਵੀ ਅੰਤਾਂ ਦੀ ਸੁਰੱਖਿਆ ਦੇਣ ਦੇ ਯੋਗ ਹੁੰਦੀ ਹੈ। ਮਤਲਬ? ਸਰ, ਮਸ਼ੀਨ ਲਰਨਿੰਗ ਐਲਗੋਰਿਦਮ ਤੁਹਾਡੇ ਆਪਣੇ ਡਿਵਾਈਸ ਤੇ ਆਨਲਾਈਨ ਪਲੇਟਫਾਰਮ ਦੇ ਉਪਯੋਗ ਦਾ ਤੌਰ ਤਰੀਕਾ ਸਿੱਖ ਸਕਦਾ ਹੈ। ਵਿਸ਼ਲੇਸ਼ਣ ਲਈ ਤੁਹਾਡੇ ਵਿਵਹਾਰ ਦਾ ਪੈਟਰਨ ਬਣਾ ਸਕਦਾ ਹੈ, ਜਿਸ ਵਿੱਚ ਤੁਹਾਡੇ ਟਾਈਪਿੰਗ ਤੇ ਸਕਰੋਲਿੰਗ ਪੈਟਰਨ, ਤੁਹਾਡੇ ਸਾਧਾਰਨ ਲੌਗਇਨ ਦਾ ਸਮਾਂ
IP ਪਤਾ ਵਗੈਰਾ ਸਭ ਕੁਝ ਸ਼ਾਮਿਲ ਹੋ ਸਕਦਾ ਹੈ। ਤੇ ਇਹਦੇ ਨਾਲ ਇਹ ਮਾਲਵੇਅਰ ਦਾ ਪਤਾ ਕਿਵੇਂ ਲੱਗਦਾ ਹੈ? ਜਦ ਕੋਈ ਵੀ AI ਐਲਗੋਰਿਦਮ ਤੁਹਾਡੇ ਸਟੀਕ ਪੈਟਰਨ ਦੀ ਥਾਂ ਸਧਾਰਨ ਗਤੀਵਿਧੀਆਂ ਜਾਂ ਕਿਸੇ ਵੱਖਰੇ ਵਿਵਹਾਰ ਨੂੰ ਮਹਿਸੂਸ ਕਰਦਾ ਹੈ ਤਾਂ ਇਹ ਉਪਭੋਗਕਰਤਾ ਨੂੰ ਸ਼ੱਕੀ ਐਲਾਨ ਦੇ ਕੇ ਬਲੌਕ ਕਰ ਸਕਦਾ ਹੈ। ਮਿਸਟਰ ਦਿਆਲ, ਹੋਰ ਕਿਹੜੀਆਂ ਗਤੀਵਿਧੀਆਂ ਹੋ ਸਕਦੀਆਂ ਨੇ? ਸਰ, ਜਿਵੇਂ ਕੋਈ ਮਹਿੰਗੀ ਖਰੀਦਾਰੀ ਜੋ ਤੁਹਾਡੀ ਜਗ੍ਹਾ ਕਿਸੇ ਹੋਰ ਪਤੇ ਉੱਪਰ ਭੇਜੀ ਜਾ ਰਹੀ ਹੋਵੇ, ਜਾਂ ਤੁਹਾਡੇ ਫੋਲਡਰ ਵਿੱਚੋਂ ਅਚਾਨਕ ਵੱਡੀ ਸੰਖਿਆ ਵਿੱਚ ਦਸਤਾਵੇਜ਼ ਡਾਊਨਲੋਡ ਹੋਣ ਲੱਗ ਜਾਣ, ਜਾਂ ਤੁਹਾਡੀ ਟਾਈਪਿੰਗ ਦੀ ਗਤੀਵਿਧੀ ਵਿੱਚ ਅਚਾਨਕ ਕੋਈ ਬਦਲਾਅ ਆ ਜਾਵੇ। ਮੇਰੀ ਇੱਕ ਹੋਰ ਸ਼ੰਕਾ ਹੈ। ਜੀ ਸਰ, ਪਲੀਜ਼। ਮਿਸਟਰ ਦਿਆਲ, ਹੈਕਰਸ ਵੀ ਸਿਆਣੇ ਨੇ, ਉਹਨਾਂ ਕੋਲ ਵੀ ਸਾਡੇ ਵਾਲੀ ਹੀ ਤਕਨੀਕ ਹੈ। ਸਰ, ਦਰਅਸਲ ਹੈਕਰ ਸਮੇਤ ਸਭ ਦੇ ਲਈ AI ਦਾ ਸਮਾਨ ਰੂਪ ਵਿੱਚ ਉਪਲਬਧ ਹੋਣਾ ਹੀ ਸਭ ਤੋਂ ਵੱਡੀ ਚੁਣੌਤੀ ਹੈ। ਹਮਲੇ ਕਰਨ, ਮਾਲਵੇਅਰ ਨੂੰ ਮਿਊਟ ਕਰਨ, ਤਕਨੀਕੀ ਵਜੋਂ ਸਭ ਤੋਂ ਕਮਜ਼ੋਰ ਲੋਕਾਂ ਦਾ ਪਤਾ ਲਗਾਉਣ ਲਈ ਵੀ AI ਦੀ ਹੀ ਵਰਤੋਂ ਹੋ ਰਹੀ ਹੈ। ਤੇ ਇਹਦਾ ਮਤਲਬ ਕਿ ਹਮਲਾਵਰਾਂ ਤੇ ਰੱਖਿਅਕਾਂ ਦੇ ਦਰਮਿਆਨ ਲੜਾਈ ਲਗਾਤਾਰ ਚੱਲਦੀ ਹੈ? ਜੀ ਮੈਮ, ਪਰ ਹੁਣ ਅਜਿਹੇ ਸਿਸਟਮ ਵੀ ਆ ਗਏ ਨੇ ਜੋ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਦੇ ਦਿੰਦੇ ਨੇ। ਇਸ ਦੇ ਲਈ ਕੁਝ ਵਿਸ਼ੇਸ਼ ਮਸ਼ੀਨ ਲਰਨਿੰਗ ਸਿਗਨੇਚਰ ਤੇ ਮਾਡਲ ਤਿਆਰ ਕੀਤੇ ਜਾ ਰਹੇ ਨੇ। ਤੇ ਇਹ ਮਾਡਲ ਕੀ ਕਰਦੇ ਨੇ? AI ਆਧਾਰਿਤ ਨੈਟਵਰਕ ਨਿਗਰਾਨੀ ਯੰਤਰ ਵਰਤੋਂਕਾਰ ਦੀਆਂ ਰੋਜ਼ਾਨਾ ਗਤੀਵਿਧੀਆਂ ਟਰੈਕ ਕਰਕੇ ਉਸ ਦੇ ਵਿਵਹਾਰ ਦੀ ਇੱਕ ਤਸਵੀਰ ਬਣਾ ਲੈਂਦਾ ਹੈ। ਇਸ ਦਾ ਵਿਸ਼ਲੇਸ਼ਣ ਕਰਕੇ AI ਪ੍ਰਣਾਲੀਆਂ ਦਾ ਪਤਾ ਲਗਾ ਸਕਦੀ ਹੈ ਤੇ ਉਸ ਦੇ ਅਨੁਸਾਰ ਕੰਮ ਕਰ ਸਕਦੀ ਹੈ। ਮਤਲਬ ਕਿ ਅਸੀਂ ਪੂਰੀ ਤਰ੍ਹਾਂ ਨਾਲ ਤਕਨੀਕ ਨਾਲ ਲੈਸ ਹਾਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਪਯੋਗ ਕਰਕੇ ਇਦਾਂ ਦੇ ਫਿਸ਼ਿੰਗ ਹਮਲਿਆਂ ਤੋਂ ਬਚਿਆ ਜਾ ਸਕਦਾ ਹੈ। ਹਾਂ ਸਰ, ਪਰ ਇਹ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਕੋਈ ਵੀ ਆਨਲਾਈਨ ਗਤੀਵਿਧੀ ਕਰਦੇ ਸਮੇਂ ਵਰਤੋਂਕਰਤਾ ਸਾਵਧਾਨ ਰਹੇ, ਖਾਸ ਕਰਕੇ ਲੈਣ ਦੇਣ ਕਰਦੇ ਸਮੇਂ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 43ਵੀਂ ਕੜੀ। ਨੋਟ ਕਰੋ ਅੱਜ ਦੀ ਕੜੀ ਦੇ ਸਵਾਲ। ਸਵਾਲ ਨੰਬਰ 1, ਹੈਕਿੰਗ ਵਾਸਤੇ ਕਿਹੜੇ ਮਾਲਵੇਅਰ ਵਰਤੇ ਜਾ ਰਹੇ ਨੇ? ਸਵਾਲ ਨੰਬਰ 2, ਹੈਕਿੰਗ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਸਵਾਲ ਇੱਕ ਵਾਰੀ ਫਿਰ ਸੁਣ ਲਓ। ਸਵਾਲ ਨੰਬਰ 1, ਹੈਕਿੰਗ ਵਾਸਤੇ ਕਿਹੜੇ ਮਾਲਵੇਅਰ ਵਰਤੇ ਜਾ ਰਹੇ ਨੇ? ਸਵਾਲ ਨੰਬਰ 2, ਹੈਕਿੰਗ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਇਹਨਾਂ ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਹਿੱਸਾ ਲੈਣ ਵਾਲੇ ਕਲਾਕਾਰ ਸੁਰਿੰਦਰ ਬਾਠ, ਵਿਕਾਸ ਨੇਬ, ਕਰਨ, ਪ੍ਰਭਾਸ, ਹਰਨਰਿੰਦਰ ਹੈਰੀ ਤੇ ਪੂਨਮ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੀਪ ਜੋਸ਼ੀ।